आप मद आप जे विच आप है जे काया दे लाहण विच लाहे टोटे च आप खड़ गया फिर टोटा नहीं लाहा होऊगा। जे लाहे टोटे च माया कढ़ा ली तां मकार बदलणगे। आ है दोहां दे विच इत्थे ही चलना। काम क्रोध लोभ मोह हंकार जे इन्हां दी हाजरी है लाहे टोटे विच तां कहानी होਊਗੀ। जीवन चलिया जाऊगा। रोटी आटे लूण बदले एक तो यह लाहा टोटा तो होना ही है ना संसार च। लाहा जब व्यापार करते लाहा टोटा दो ही चीज़ां होंदियां व्यापार च लाहा भी टोटा भी। जे ਇਹਦੇ ਵਿੱਚ ਆਪ ਮਦ सच ਨੂੰ ਬਣਾਈਏ ਵਿੱਚ सच रखीए ਉਹਦੇ फिर टोटा नहीं होता। फिर लाहे फिर नहीं टोटा। फिर गुण बढ़ गए और गुण कमजोर पैणगे। पहला कमजोर पैणगे फिर खत्म होणगे। जे लगातार कमजोर पैंदे चले गए खत्म भी हो जाणगे। जे ऐ कहो भी फूक मारे तो खत्म हो जाणगे बिल्कुल नहीं होना। कोई चीज़ भी कमजोर होंदी शरीर पैदा भी होंदा हौली हौली बड़ा होंदा हौली हौली होए कमजोर। इवें एक दिन च ਵਧੇ नहीं एक दिन च घटने नहीं। ना बीमारी एक दिन च ਵਧੀ है ना एक दिन च घटनी। घटती रहू जे ਇਹਦੀ दवाई चलती रहू घटाउण वास्ते। जे विच दवाई छड्ड गए फिर उत्थे सत संगत स्यो मिलाप होए लिव कटोरी अमृत भरी पी पी कटे बेकार। सत संगत स्यों मिलाप होए ਉਹ ਚੀਜ਼ ਨਾਲ ਮਿਲਾਪ ਹੁੰਦਾ ਜਿਹੜੀ ਕਦੇ ਵੀ ਨਸ਼ਟ ਨਹੀਂ ਹੋਣ ਵਾਲੀ। ਸਤ ਨਸ਼ਟ ਨਹੀਂ ਹੁੰਦਾ ਕਦੇ। ਸਤ ਦੀ ਸੰਗਤ ਹੁੰਦੀ ਹੈ ਸੱਚ ਸੱਚ ਨਾਲ ਜੁੜ ਜਾਂਦਾ ਹੈ। ਸਤ ਸੰਗਤ ਦਾ ਮਤਲਬ ਹੈ ਸੱਚ ਸੱਚ ਨਾਲ ਜੁੜ ਜਾਂਦਾ ਹੈ। ਸਤ ਸਰੂਪ ਜਿਹੜਾ ਜੀਵ ਹੈ ਆਪਣੇ ਮੂਲ ਸਤ ਸਰੂਪ ਨਾਲ ਜੁੜ ਜਾਂਦਾ ਬਸ। ਸਤ ਸੰਗਤ ਹੋ ਗਈ। ਥੋੜੇ ਮਾਇਆ ਨਾਲ ਜੁੜਿਆ ਹੋਇਆ ਤਿਰਕੁਟੀ 'ਚ। ਜਿੱਦਣ ਤਿਰਕੁਟੀ ਛੁੱਟ ਕੇ 10 ਦੁਆਰ ਖੁੱਲ ਕੇ ਉੱਥੇ ਜਾ ਵੜਿਆ ਸਤ ਸੰਗਤ ਹੈ। ਆ ਹਿੱਸਾ ਉਤਲਾ ਗਲ ਤੋਂ ਉਤਲਾ ਹਿੱਸਾ ਮਾਇਆ ਨਾਲ ਜੋੜ ਲਓ। ਪ੍ਰਦੇਸ਼ ਹੈ ਸੰਗਤ ਹੈ। ਇਹ ਪ੍ਰਦੇਸ਼ ਹੈ ਇੱਥੋਂ ਆ ਪ੍ਰਦੇਸ਼ ਹੈ। ਆ ਇਹਦਾ ਨਿਜਘਰ ਨਿਜਘਰ ਹੈ ਦੇਸ਼ ਕਹਿ ਲਓ। ਇਹਨੂੰ ਨਿਜਘਰ ਨੂੰ ਨਿਰਾਕਾਰ ਦਾ ਦੇਸ਼ ਕਿਹਾ। ਨਿਰਾਕਾਰ ਕੇ ਦੇਸ਼ ਜਾਏ ਤਾਂ ਸੁਖ ਲਏ ਮਹਲ। ਬਸ ਇੱਥੇ ਨਿਰਾਕਾਰ ਦਾ ਜਿਹੜਾ ਸਾਹ ਲੈਂਦਾ ਉਹ ਨਿਰਾਕਾਰ ਹੈ। ਇਹ ਵੀ ਨਿਰਾਕਾਰ ਜਿਹੜਾ ਇੱਥੇ ਹੈ ਇਹ ਆਪਣੇ ਆਪ ਨੂੰ ਮੰਨਦਾ ਵੀ ਨਿਰਾਕਾਰ ਨਹੀਂ। ਬਸ ਆਪਣਾ ਆਪ ਨਹੀਂ ਪਛਾਣਿਆ ਇਹਨੇ। अपना आप पछाणिया नहीं अपना आप जानिया नहीं आप आत्म ज्ञानी नहीं। इनू ऐ लगता भी मैं शरीर हाँ। सत संगत स्यों मिलाप कह भी दिंदा भी शरीर ठीक नहीं अज मेरा। जद ये कह दिंदा मेरा शरीर नहीं ठीक है मतलब तू अलग है शरीर अलग है। गल्लां बातां च ज़ाहिर भी हो जाता भी तू शरीर तो अलग है पर फिर भी अपने आप को शरीर तो बखरा देख नहीं सकता समझ नहीं सकता। सत्संग से मिलाप होए लिव कटोरी अमृत भरी पी पी कटे बेकार। जदों सत्संगत दे विच सत नाल जुड़दा है फिर लिव दी सच नाल जुड़ना ही लिव लगना। सत्संगत लिव नाल होए लिव की हुंदी है सच नाल जुड़िया है अंतरात्मा ने जुड़िया है लिव लगी हुई अमृत भरी पी पी कटे। दो ही रास्ते ने लिव तात दो ही राह है। एक तो लिव लिव च टकावा टिकया है लिव विच टिकया होया ताद विच भजया फिरदा।
ਕਦੇ ਉਧਰ ਨੂੰ ਕਦੇ ਉਧਰ ਨੂੰ ਕਦੇ ਉਧਰ ਦੈ ਦਿਸਤਾਵਾ ਹੈ ਪਰ ਮੈਂ ਭੁੱਲ ਗਿਆ ਚਿਰਕੁੰਡੀ ਦੇ ਵਿੱਚ ਦੈ ਦਿਸਤ ਹੁੰਦਾ ਕਿਤੇ ਟਿਕਾਉ ਨਹੀਂ ਇੱਥੇ ਟਿਕਾਉ ਲਿਵ ਚ ਟਿਕਾਉ ਜੁੜਿਆ ਹੈ ਇੱਥੇ ਕਿਤੇ ਵੀ ਨਹੀਂ ਜੁੜਿਆ ਹੈ ਜੁੜਦਾ 2-4 ਮਿੰਟ ਕਿਤੇ 2-4 ਮਿੰਟ ਕਿਤੇ ਘੰਟਾ 2 ਘੰਟੇ ਕਿਤੇ ਕੋਈ ਟਿਕਾਣਾ ਨਹੀਂ ਪੀ ਕਟੈ ਵਿਕਾਰ ਪੀ ਕੱਟੇ ਵਿਕਾਰ ਜਦ ਲਿਵ ਲੱਗਦੀ ਹੈ ਉੱਥੇ ਅੰਮ੍ਰਿਤ ਦੀ ਕਟੋਰੀ ਨਾਲ ਇਹਦਾ ਜੁੜਦੀ ਹੈ ਸੁਰਤ ਉੱਥੋਂ ਜਦ ਸੁਰਤ ਸ਼ਬਦ ਨਾਲ ਜੁੜਦੀ ਹੈ ਉੱਥੋਂ ਵਿਕਾਰ ਘੱਟ ਹੁੰਦੇ ਨੇ ਜਿਹੜਾ ਰਸ ਮਿਲਦਾ ਸ਼ਬਦ ਵਿਚਾਰ ਚੋਂ ਜਿਹੜਾ ਰਸ ਮਿਲਦਾ ਪਹਿਲੀ ਸਟੇਜ ਦੇ ਵਿੱਚ ਜੇ ਗੁਰਬਾਣੀ ਨਾਲ ਜੁੜਿਆ ਰਹਿੰਦਾ ਅੰਦਰੇ ਵਿਚਾਰਦਾ ਰਹਿੰਦਾ ਜੋ ਉਹ ਚ ਸਮਝ ਆਉਂਦੀ ਹੈ ਉਹਦੇ ਨਾਲ ਵਿਕਾਰ ਘਟਦੇ ਰਹਿੰਦੇ ਉੱਥੇ ਕਹਿੰਦਾ ਕਿ ਇਸ ਮਟਕੀ ਮੈਂ ਅੰਮ੍ਰਿਤ ਸੰਜੋਈ ਹਾਂ ਅੰਮ੍ਰਿਤ ਕਿਆ ਸ਼ਬਦ ਸੁਣੋ ਸ਼ਬਦ ਸੰਜੋਈ ਇਸ ਸ਼ਬਦ ਮਟਕੀ ਸ਼ਬਦ ਸ਼ਬਦ ਬਲ ਹਲਕਾ ਬਲੋਬਣਾ ਮੇਰੇ ਭਾਈ ਪੌੜੀ ਸਹਿਜੇ ਬਲੋਬ ਜੈਸੇ ਰਖਤਾ ਆਪੇ ਸੁਰ ਨਾਰ ਗਣ ਗੰਧਰਵਾ ਪਹਿਲੀ ਸਟੇਜ ਦੇ ਵਿੱਚ ਤਾਂ ਗੁਰਬਾਣੀ ਚੋਂ ਮਿਲਣਾ ਜੋ ਕੁਝ ਮਿਲਣਾ ਫਿਰ ਆਪੇ ਵੀ ਸਮਝ ਆਉਣ ਲੱਗ ਜਾਣੀ ਜਦ ਹੱਦ ਤੇ ਅਸੀਂ ਉੱਪਰ ਚਲੇ ਜਾਣਾ ਨਾ ਵਿਦਵਾਨਾਂ ਦੇ ਜਿਹੜੇ ਗ੍ਰੰਥ ਨੇ ਇਹਨਾਂ ਦੀ ਬੁੱਧੀ ਤੋਂ ਜਦ ਸਾਡੀ ਬੁੱਧੀ ਉੱਚੀ ਹੋ ਜੂ ਫਿਰ ਆਪੇ ਸਮਝ ਆ ਜਾਂਦੀ ਬਾਕੀ ਉਹਨਾਂ ਦੀ ਵੀ ਇੱਥੋਂ ਰਾਹ ਬਦਲਿਆ ਇਹਨਾਂ ਨੇ ਆਹ ਕੀਤਾ ਉਹ ਕੀਤਾ ਉਹ ਕੀਤਾ ਆਹ ਹੋ ਗਿਆ ਗਲਤੀਆਂ ਦਾ ਪਤਾ ਲੱਗਣ ਲੱਗ ਜਾਂਦਾ ਜਾਂ ਉੱਚਾ ਖੜਦਾ ਉਹ ਕਹਿੰਦਾ ਆ ਇੱਧਰੋਂ ਇਹਨੂੰ ਚਲੇ ਗਏ ਤੁਸੀਂ ਇਹਨੂੰ ਆਉਣਾ ਸੀ ਬਸ ਇੱਧਰ ਨੂੰ ਨਾ ਜਾਇਓ ਉੱਪਰ ਚੜ੍ਹਦੇ ਦੇਖਿਆ ਹੀ ਹੈ ਘਰ ਘਰ ਇਹ ਹਾਲ ਨੇ ਆਹੋ ਪਰ ਚੜ੍ਹ ਕੇ ਹੀ ਦੇਖਿਆ ਫਿਰ ਪੌੜੀ ਆਪੇ ਸੁਰ ਨਰ ਗਣ ਗੰਧਰਵਾ ਆਪੇ ਖਟ ਦਰਸ਼ਨ ਕੀ ਬਾਣੀ ਆਪੇ ਸੁਰ ਨਰ ਗਣ ਗੰਧਰਵਾ ਆਪੇ ਸੁਰ ਹੋਵੇ ਨਰ ਹੋਵੇ ਗਣ ਹੋਵੇ ਗੰਧਰਵ ਹੋਵੇ ਜੋਤ ਤਾਂ ਉਹੀ ਹੈ ਇਹ ਆਪੇ ਇੱਕ ਵਾਸਤੇ ਆ ਰਿਹਾ ਆਪੇ ਕੋ ਜਿਹੜਾ ਆਪੇ ਲਫ਼ਜ਼ ਆਇਆ ਇੱਕ ਵਾਸਤੇ ਆਉਂਦਾ ਹਰ ਇੱਕ ਦੇ ਵਿੱਚ ਇੱਕੋ ਹੀ ਹੈ ਨਾ ਜੋਤ ਹਾਂ ਇੱਕਾ ਜਿਹੜਾ ਦੋ ਹਿੱਸਿਆਂ 'ਚ ਹੋਇਆ ਹੈ ਦੂਏ ਹਿੱਸੇ ਵਾਲਾ ਕੋਈ ਸੋਹਰਾ ਕੋਈ ਨਾਰਾ ਕੋਈ ਜਾਣਾ ਕੋਈ ਗੰਧਰਵ ਮਨ ਨਹੀਂ ਬਣਨਾ ਜਾਨ ਗਿਆਨੀ ਮਨ ਨਹੀਂ ਬਣਨਾ ਬ੍ਰਹਮ ਤਾਂ ਸਾਰਿਆਂ 'ਚ ਹੈ ਉਹ ਅੰਦਰ ਉਹਦਾ ਕੋਈ ਰੌਲਾ ਨਹੀਂ ਬ੍ਰਹਮ ਅੱਧਾ ਹੁੰਦਾ ਸਾਬਤ ਨਹੀਂ ਹੁੰਦਾ ਬ੍ਰਹਮ ਗਿਆਨੀ ਸਾਬਤ ਹੁੰਦਾ ਬ੍ਰਹਮ ਅੱਧਾ ਹੁੰਦਾ ਅੱਧਾ ਕਰਕੇ ਤਾਂ ਬ੍ਰਹਮ ਲੀਨ ਹੋਣਾ ਸਾਬਤ ਦਾ ਵੀ ਤਾਂ ਕੋਈ ਰਲੇ ਨਹੀਂ ਸਕਦਾ ਇੱਕ ਚ ਨਹੀਂ ਕੋਈ ਰਲਦਾ ਨਾ ਇੱਕ ਕਿਸੇ ਚ ਰਲਦਾ ਨਾ ਇੱਕ ਚ ਕੁਛ ਰਲਦਾ ਬ੍ਰਹਮ ਅੱਧਾ ਹੈ ਬ੍ਰਹਮ ਗਿਆਨੀ ਸਾਬਤ ਹੈ ਬ੍ਰਹਮ ਜਮਾ ਗਿਆਨੀ ਮਨ ਗਿਆਨੀ ਹੋ ਗਿਆ ਬ੍ਰਹਮ ਪਹਿਲਾਂ ਹੈਗਾ ਹੀ ਹੈਗਾ ਗਿਆਨਵਾਨ ਹੋ ਕੇ ਮਨ ਮਾਇਆ ਨੂੰ ਛੱਡ ਕੇ ਅੰਦਰ ਜਾਵੜੇ ਉਹਦੇ ਨਾਲ ਜੁੜ ਗਿਆ ਸਤ ਸੰਗਤ ਹੋ ਗਈ ਇੱਕ ਹੋ ਗਏ ਆਪੇ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅੱਧਾ 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 ਕੀ ਹੈ ਅੱਧਾ ਬ੍ਰਹਮ ਦਾ ਹੀ ਕਥਨ ਹੈ ਬ੍ਰਹਮ ਵਿਚਾਰਿਆ ਹੈ ਇਹ ਬ੍ਰਹਮ ਵਿਚਾਰ ਹੈ ਸਾਰੀ ਬਾਣੀ ਲੋਕ ਕਹੇ ਗੀਤ ਹੈ ਤਾਂ ਬ੍ਰਹਮ ਵਿਚਾਰ ਜਿਹੜਾ ਅੱਧਾ ਅੱਖਰ ਲਫ਼ਜ਼ ਆਇਆ ਅੱਧਾ ਅੱਖਰ ਕਿਹਦੇ ਵਾਸਤੇ ਆਇਆ ਹੈ ਸਵਾਲ ਇਹ ਹੈ ਬ੍ਰਹਮ ਵਾਸਤੇ ਆਇਆ ਇਹਦਾ ਮਤਲਬ ਬ੍ਰਹਮ ਅੱਧਾ ਹੀ ਹੋਇਆ ਸਾਬਤ ਕਿੱਥੇ ਜਿੱਦਣ ਜੇ ਤੁਸੀਂ ਇਹ ਸਾਬਤ ਕਰ ਸਕਦੇ ਹੋ ਬ੍ਰਹਮ ਅੱਧਾ ਹੈ ਗੁਰਬਾਣੀ ਚੋਂ ਹਿੰਦੂਇਜ਼ਮ ਸਾਰੇ ਫੇਲ ਹੋ ਜਾਂਦਾ ਹੁੰਦਾ ਨਾ ਫਿਰ ਬ੍ਰਹਮ ਤੋਂ ਬਿਨਾਂ ਉਹਨੂੰ ਹੈ ਕੀ ਅਸੀਂ ਕਹਿੰਦੇ ਬ੍ਰਹਮ ਅੱਧਾ ਹੈ ਇਸ ਕਰਕੇ ਅੱਧਾ ਕਰਕੇ ਪੂਰਨ ਬ੍ਰਹਮ ਲੱਗਦਾ ਬਣਦਾ ਨਾ ਪੂਰਨ ਬ੍ਰਹਮ ਜਦ ਜੰਮਦਾ ਬੂਟਾ ਪੇੜ ਬਣਦਾ ਫਿਰ ਪਾਰ ਪੂਰਨ ਬ੍ਰਹਮ ਸਾਬਤ ਹੋ ਗਿਆ ਨਾ ਇੱਕ ਹੋਏ ਤਾਂ ਉਗਵਾ ਹੋ ਕੇ ਪਾਰ ਬ੍ਰਹਮ ਹਾਂਜੀ ਬ੍ਰਹਮ ਪੂਰਨ ਬ੍ਰਹਮਾ ਜਮਾ ਬ੍ਰਹਮ ਪੂਰਨ ਬ੍ਰਹਮ ਤੋਂ ਪੈਦਾ ਹੋਇਆ ਪਾਰ ਬ੍ਰਹਮ ਗਿਆਨੀ ਸਰਬ ਦਾ ਠਾਕਰ ਹੈ ਇਹ ਵੀ ਬ੍ਰਹਮ ਹੁੰਦਾ ਹੀ ਹੈ ਜੀ ਕਿਆ ਗਿਆਨੀ ਨਾਲ ਲੱਗਿਆ ਹੁੰਦਾ ਪੂਰਾ ਬ੍ਰਹਮ ਗਿਆਨੀ ਤੇ ਪੂਰਾ ਹੁੰਦਾ ਪਹਿਲਾਂ ਗਿਆਨੀ ਨਹੀਂ ਨਾਲ ਹੈਗਾ ਬ੍ਰਹਮ ਦਾ ਦੋ ਜਣਿਆਂ ਨੂੰ ਬ੍ਰਹਮ ਗਿਆਨੀ ਕਹਿੰਦੇ ਨੇ ਠੀਕ ਹੈ ਹਾਂ ਮਨ ਗਿਆਨਵਾਨ ਹੈ ਉਹ ਨਾਲ ਜਾ ਰਿਹਾ ਗਿਆਨੀ ਹੋ ਕੇ ਜਿੰਨਾ ਜਿਹੜਾ ਗਿਆਨੀ ਸੀ ਉਹਨਾਂ ਜੇ ਲੜਦਾ ਸੀ ਨਾ
ਅਗਿਆਨਤਾ ਦੀ ਲੜਾਈ ਸੀ। ਉਹਨਾਂ ਜਦ ਸੁਰ ਨਹੀਂ ਸੀ ਮਿਲਦੀ ਦੋਹਾਂ ਦੀ, ਗਿਆਨ ਹੋ ਗਿਆ, ਸੁਰਾਣਾ ਹੋ ਗਿਆ, ਸੁਰ ਮਿਲ ਗਈ। ਉਹ ਗਿਆਨੀ ਦੋਹਾਂ ਦਾ ਨਾ, ਗਿਆਨੀ ਪਲਸ ਇਵੇਂ ਸੰਤ ਔਰ ਜਨ ਦੋ ਨੇ, ਇੱਕ ਨਹੀਂ ਹੈ। ਯਾਨੀ ਇੱਕ ਸਾਬਤ ਹੋ ਗਿਆ, ਦੋ ਅੱਧਾ ਅੱਧਾ, ਦੋ ਅੱਧੇ ਤੇ ਨੇ। ਸੰਤ ਔਰ ਜਨ ਅੱਧੇ ਤੇ, ਦੋ ਜਨ ਅੱਧਾ ਹੀ ਹੈ। ਨਾਨਕ ਜਨ ਹੈ, ਜਿਹੜਾ ਸਰੀਰ ਵਿੱਚ ਹੀ ਉਹ ਨਾਨਕ ਹੈ, ਉਹ ਜਨ ਹੈ। ਜਿਹੜੇ ਇੱਥੇ ਨੇ ਸਾਰੇ ਜਨ ਨੇ, ਉਹ ਸੰਤ ਆਪਾਂ ਕਹਿੰਦੇ ਅੰਦਰਲਾ ਸੰਤ ਹੈ, ਬਾਹਰਲਾ ਜਨ ਹੈ। ਸੰਤ ਜਨਾ, ਸੰਤ ਜਨਾ ਮਿਲ ਹਰ ਜਸ ਗਾਇਓ। ਦੋਵੇਂ ਮਿਲ ਕੇ ਹਰ ਜਸ ਗਾਉਂਦੇ ਨੇ। ਜੇ ਦੋ ਨੇ ਤਾਂ ਹੀ ਮਿਲਣਾ ਹੈ ਲਫ਼ਜ਼ ਵਿੱਚ। ਹੁਣ ਅਸੀਂ ਇਹ ਗੱਲ ਹੈ ਵੀ ਇੱਕ ਸੰਤ ਹੈ, ਬਾਕੀ ਸੰਗਤ ਹੈ, ਮਿਲ ਕੇ ਹਰ ਜਸ ਗਾਇਆ। ਹਜੇ ਮਰੇ ਆ, ਜਨ ਤਾਂ ਬਣਨਾ ਹੈ। ਕਿੱਥੇ ਗਾਇਆ ਹਰ ਜਸ? ਹਰ ਜਸ ਗਾਇਆ ਹੋਇਆ, ਕੱਲੇ ਕੱਲੇ ਨੇ ਗਾਇਆ। ਗਾਇਆ ਨਾ ਕੱਲੇ ਕੱਲੇ, ਹਰ ਜਸ ਜਿਹੜਾ ਗਾਇਆ ਗੁਰਬਾਣੀ ਕੱਲੇ ਕੱਲੇ ਨੇ ਗਾਈ ਹੈ ਨਾ। ਸੰਤ ਜਨ ਉੱਥੇ ਲਾਓ, ਉੱਥੇ ਕਿਵੇਂ ਕਰੋਗੇ? ਸੰਤ ਜਨਾਂ ਮਿਲ ਹਰ ਜਸ ਗਏ। ਹਰ ਜਸ ਜਿਹੜਾ ਗਾਇਨ ਕੀਤਾ ਸੰਤ ਜਨਾਂ ਮਿਲ ਕੇ ਕੀਤਾ। ਅੰਦਰਲਾ ਸੰਤ ਹੈ, ਬਾਹਰਲੇ ਜਨ ਨੇ। ਸਾਰਾ ਉਹਨਾਂ ਨੇ ਕੀਤਾ ਨਹੀਂ ਹੋਇਆ। ਇਕੱਲੇ ਇਕੱਲੇ ਦਾ ਹੀ ਲਿਖਿਆ ਹੋਇਆ, ਇਕੱਠੇ ਹੋ ਕੇ ਤਾਂ ਲਿਖਿਆ ਨਹੀਂ ਹੈ। ਇਹਦਾ ਕੋਈ 36 ਆਦਮੀ ਨੂੰ ਬੈਠ ਕੇ ਇਕੱਠੇ ਨੇ ਲਿਖੇ। ਕੁਝ ਵੀ ਨਹੀਂ ਰਹਿਣਾ ਵਿਦਵਾਨਾਂ ਕੋਲ, ਕੱਖ ਵੀ ਨਹੀਂ ਰਹਿਣਾ ਹੈਗਾ ਇਹਨਾਂ ਕੋਲ, ਨਾ ਸੰਤਾਂ ਕੋਲ ਨਾ ਵਿਦਵਾਨਾਂ ਕੋਲ। ਆਪੇ ਸ਼ਿਵ ਸ਼ੰਕਰ ਮਹੇਸ਼ਾ ਆਪੇ ਆਪਣੇ ਆਪਣੇ ਬੁੱਧੀ ਅਨੁਸਾਰ ਅਰਥ ਕਰ ਲੈਣਾ। ਜਨ ਔਰ ਸੰਤ ਅਲੱਗ ਅਲੱਗ ਹੈ। ਨਾਨਕ ਸੰਤ ਮਿਲਾ ਸੱਚ ਪੈ ਸੱਚ ਪਾਈ। ਕਿਹਨੂੰ ਮਿਲੇ? ਸੰਤ ਜਨ ਨੂੰ ਮਿਲੇ। ਸੰਤ ਅੱਡ ਹੈ। ਸੰਤ ਕਿਹਨੂੰ ਮਿਲੇ? ਜਨ ਨੂੰ ਮਿਲੇ। ਦੱਸੋ ਕਿਹੜਾ ਸੰਤ ਮਿਲਿਆ ਸੀ ਹੈਂ? ਆਪਣੇ ਨਾਲ? ਬਾਹਰ ਹੈ ਹੀ ਨਹੀਂ ਕੋਈ ਸੰਤ। ਹਾਂ, ਬਾਹਰ ਹੁੰਦਾ ਤਾਂ ਬ੍ਰਹਮ ਸੰਤ ਹੈ। ਬ੍ਰਹਮ ਸੰਤ ਹੈ। ਆਪੇ ਸ਼ਿਵ ਬ੍ਰਹਮ ਸ਼- ਸੰਤ। ਆਪੇ ਸ਼ਿਵ ਸ਼ੰਕਰ ਮਹੇਸ਼ਾ ਆਪੇ ਆਪੇ- ਗੁਰਮੁਖੀ ਕਥ ਕਹਾਣੀ। ਆਪੇ ਸ਼ਿਵ ਸ਼ੰਕਰ ਮਹੇਸ਼ਾ ਸ਼ਿਵ ਸ਼ੰਕਰ ਮਹੇਸ਼ਾ, ਇਹ ਜਿਹੜਾ ਇੱਕ ਤੋਂ ਅੱਧਾ ਬਣਦਾ ਨਾ, ਇਹ ਆਪੇ ਬਣਦਾ। ਹੁਣ ਆਪੇ ਇਹ ਜਨਮ ਲੈਂਦਾ। ਆਪੇ ਲਫ਼ਜ਼ ਰਹੇ ਆਪੇ ਸਿਰ ਇਹ ਇੱਕ ਤੇ ਨਾਲੇ ਹੁੰਦਾ, ਇੱਕ ਦੀ ਉਹ ਦਾਲ ਬਣਨੀ ਹੈ। ਜੇ ਸ਼ਿਵ ਬਣਦਾ ਤਾਂ ਵੀ ਇੱਕ ਤੋਂ ਹੀ ਬਣਦਾ, ਸ਼ੰਕਰ ਬਣਦਾ ਤਾਂ ਵੀ ਇੱਕ ਤੋਂ ਹੀ ਬਣਦਾ। ਇਹਨਾਂ ਦਾ ਸ਼ਿਵ ਹੈ ਇਹ। ਉਹ ਸ਼ਿਵ ਉਹ ਨਹੀਂ ਹੈਗਾ ਸ਼ਿਵ ਦੂਆ। ਸ਼ਿਵ ਸ਼ਕਤੀ ਆਪ ਉਪਾਏ ਕੇ ਕਰਤਾ ਆਪੇ ਹੁਕਮ ਵਰਤਾਏ, ਉਹਦਾ ਕਰਤਾ ਹੈ। ਇਹਨਾਂ ਦਾ ਉਹ ਨਹੀਂ ਹੈ। ਸ਼ੰਕਰ ਦੀ ਇਹ ਦੇਖੋ ਇੱਥੇ ਹੀ ਫਰਕ ਪੈਂਦਾ। ਜੇ ਸ਼ਿਵ ਸ਼ੰਕਰ ਲੱਗਦਾ ਨਾਲ ਤਾਂ ਇਹਨਾਂ ਵਾਲਾ ਸ਼ਿਵ ਇਹਨਾਂ ਦੀ ਸ਼ੰਕਰ ਹੈ ਨਾ। ਸ਼ਿਵ ਦੇ ਨਾਲ ਸ਼ੰਕਰ ਆ ਗਿਆ ਨਾ। ਆਪੇ ਸ਼ਿਵ ਸਾਡਾ ਸ਼ੰਕਰ ਸ਼ਿਵ। ਸਾਡਾ ਕੱਲਾ ਸ਼ਿਵ ਹੈ। ਉਹਦਾ ਸ਼ਿਵ ਦੇਖੋ, ਸ਼ਿਵ ਜੀ ਸ਼ਿਵ ਦੇ ਨਾਲ ਸ਼ਿਵ ਦੇ ਨਾਲ ਸ਼ੰਕਰ ਤਾਂ ਲੱਗਿਆ। ਸ਼ਿਵ ਅੰਦਰਲਾ ਹੋ ਗਿਆ, ਸ਼ੰਕਰ ਬਾਹਰਲਾ ਹੋ ਗਿਆ। ਸ਼ੰਕਾਵਾਦੀ ਹੈ ਜਿਹੜਾ ਸ਼ੰਕਰ ਹੈ। ਡੌਰੂ ਸ਼ੰਕਰ ਦਾ ਹੀ ਹੈ, ਹੋਰ ਕਿਹਦਾ? ਸ਼ੰਕਰ ਉਹ ਸ਼ੰਕਰ ਡੌਰੂ ਕਿਹਦਾ? ਹੋਰ ਤੇ ਸ਼ੰਕਰ ਦੇ ਕੋਲੇ ਭਾਈ ਦੋ ਵਜਦੇ ਨੇ, ਡੌਰੂ ਨਹੀਂ ਹੈ। ਬਸ ਫਿਰ ਦਮਾਮਾ ਸ਼ਿਵ ਕੋਲ ਦਮਾਮਾ ਹੈ, ਸ਼ਿਵ ਸ਼ੰਕਰ ਕੋਲ ਡੌਰੂ ਹੈ। ਸ਼ਿਵ ਔਰ ਸ਼ੰਕਰ ਦੋ ਹੋ ਗਏ ਨਾ, ਡੌਰੂ ਦਾਰੂ ਉਹਦੇ ਕੋਲੇ ਦਾਰੂ ਪਾਇਆ। ਆਪੇ ਸ਼ਿਵ ਸ਼ੰਕਰ ਨਾਲ ਮਹੇਸ਼ਾ ਡੌਰੂ ਹੈ। ਆਪੇ ਗੁਰਮੁਖ ਕਥ ਕਹਾਣੀ। ਮਹੇਸ਼ ਮਹੇਸ਼ ਹੈਂ? ਮਹੇਸ਼ਾ ਕੀ ਮਹੇਸ਼ਾ ਦਾ ਸਬਜੀ ਮਹੇਸ਼। ਉਹ ਮਹਾਂਸ਼ ਜੀ ਨੂੰ ਇਹ ਕਹਿੰਦੇ ਨੇ, ਦੇਵਤਿਆਂ ਦਾ ਮਤਲਬ ਹੈ ਵੱਡਾ ਹੈ। ਦੇਵਤਿਆਂ ਜੋ ਮਹੇਸ਼ਾ ਮਹਾਈਸ਼ ਆਪੇ ਗੁਰਮੁਖੀ ਕਥ ਕਹਾਣੀ। ਇਹ ਜਿਹੜੇ ਮਹਾਦੇਵ ਵੀ ਈਸਰ ਹੈ ਨਾ, ਈਸਰ ਦੇਖੋ ਈਸ ਕੀ ਹੁੰਦਾ? ਈਸ ਨਾਲ ਮਹੇਸ਼ ਲੱਗ ਜਾਂਦਾ। ਈਸਰ ਜਿਹੜਾ ਹੁੰਦਾ ਰਾਜੇ ਨੂੰ ਕਹਿੰਦੇ ਨੇ। ਈਸਰ ਤੋਂ ਇਹਨਾਂ ਨੇ ਬਣਾ ਕੇ ਈਸ਼ਵਰ ਬਣਾ ਦਿਆ। ਈਸਰ ਤੇ ਜਿਹੜੇ ਰਾਜੇ ਨੇ ਨਾ, ਉਹਨਾਂ ਤੋਂ ਵੱਡਾ ਜਿਹੜਾ ਰਾਜਾ ਹੁੰਦਾ ਹੈ, ਜਿਵੇਂ ਗੁਰਹਾਈ ਮਹੇਸ਼ ਬਣ ਜਾਂਦਾ। ਤੂੰ ਮੇਰਾ ਉਹਨਾਂ ਚੋਂ ਆਗੂ, ਉਹਨਾਂ ਚੋਂ ਆਗੂ ਜਿਵੇਂ ਆਪਣੇ ਬਣਾ ਲੈਣੇ, ਜਹੇਦਾਰ ਹੋ ਗਿਆ ਜਾਂ ਹੋਰ ਕੋਈ ਲਫ਼ਜ਼ ਹੋ ਗਿਆ, ਇਹ ਮਹੇਸ਼ ਨੇ। ਜਿਹਦੇ ਗਾਂ ਚੇਲੇ ਹੋ ਗਏ ਉਹ ਮਹੇਸ਼ ਬਣ ਗਿਆ। ਇਹ ਆਪੇ ਉਹ ਜੀਵ ਵਾਸਤੇ ਲੱਗ ਰਿਹਾ ਹੈ, ਜੋਤ ਵਾਸਤੇ। ਆਪੇ ਸ਼ਿਵ ਭਾਈ ਸ਼ੰਕਰ ਮਹੇਸ਼ਾ ਆਪੇ ਮੈਨੂੰ ਇਹ ਗੁਰਮੁਖ ਦੱਸ, ਕਥ ਕਹਾਣੀ। ਗੱਲ ਸੁਣ। ਚਲੋ ਇਹਦਾ ਸ਼ੰਕਾ ਦੇਖੀਏ ਨਾ, ਜਦੋਂ ਮੈਂ ਕਹਿੰਦਾ ਸ਼ੰਕਾ ਥੋੜੀ ਨਿਕਲਣੀ ਇਹਦੇ ਨਾਲ। ਤਾਂ ਆਪਾਂ ਦੇਖਣਾ ਵੀ ਇਹੀ ਅਰਥ ਬਣਦਾ ਹੈ ਜਾਂ ਕੁਝ ਹੋਰ ਬਣਦਾ ਹੈ।
ਜੇ ਮੈਂ ਕਹਿਣਾ ਕਿਸ ਗਰਾਊਂਡ ਤੇ ਕਹਿਣਾ, ਗਰਾਊਂਡ ਕੀ ਹੈ ਮੇਰੇ ਕੋਲ ਕਹਿਣ ਦੀ? ਸਵਾਲ ਤਾਂ ਇਸ ਗੱਲ ਦਾ ਨਾ। ਹੁਣ ਇਹ ਜਿਹੜੀ ਗੱਲ ਹੈ ਸਾਰੀ ਤਿੰਨ ਲੋਕ ਦੀ ਹੈ ਨਾ। ਤਿੰਨ ਲੋਕ ਜੇ ਸ਼ਿਵ ਸ਼ੰਕਰ ਮਹੇਸ਼ ਆ, ਉੱਥੇ ਤਾਂ ਹੈ ਨਹੀਂ ਕੋਈ ਸੱਚਖੰਡ ਚ, ਇੱਥੇ ਹੀ ਹੈ ਨਾ। ਫਿਰ ਇੱਥੇ ਤਾਂ ਇੱਕ ਜੋਤ ਦਾਲ ਹੈ, ਇੱਥੇ ਹੋਰ ਕੀ ਹੈ? ਇੱਥੇ ਹੀ ਦਾਲ। ਤੁਸੀਂ ਸੱਚਖੰਡ ਨੂੰ ਵੱਖਰਾ ਰੱਖੋ, ਇੱਥੇ ਵਾਲੇ ਨੂੰ ਵੱਖਰਾ ਰੱਖੋ। ਦੋਨੋਂ ਇਹ ਸਾਰੇ ਇੱਥੇ ਹੀ ਹੋਣਗੇ। ਇੱਥੇ ਜੋ ਸਾਰੇ ਇੱਥੇ ਹੀ ਨੇ ਸਾਰੇ, ਉੱਥੇ ਤਾਂ ਹੀ ਨਹੀਂ ਕੋਈ। ਉੱਤੇ ਹੀ ਕੋਈ। ਪਹਿਲੀ ਗੱਲ ਇਹ ਹੈ, ਇਹ ਸ਼ੰਕਾ ਮਤ ਰੱਖੋ ਉੱਥੇ ਯਾਰ ਇੱਥੇ ਦੀ। ਇੱਥੇ ਜੋ ਹੈ, ਇੱਥੇ ਜਿਹੜੀ ਜੋਤ ਇੱਥੇ ਹੈ ਉਸੇ ਦੀ ਗੱਲ ਹੈ। ਆਪੇ ਸ਼ਿਵ ਸ਼ੰਕਰ ਹਮੇਸ਼ਾ ਉੱਥੋਂ ਹੁਕਮ ਆਉਂਦਾ ਸਿਰਫ ਕਲੈਕਟਿਵ ਸਾਰਿਆਂ ਦਾ ਇਕੱਠਾ ਆਵਾਜ਼ ਦੇ ਰੂਪ ਚ ਆਉਂਦਾ, ਹੋਰ ਕੁਝ ਨਹੀਂ ਹੁੰਦਾ ਇੱਥੇ ਸਾਡੇ। ਉਹਨਾਂ ਦੀ ਇੱਕ ਆਵਾਜ਼ ਇੱਥੇ ਆਉਂਦੀ ਧੁਨ, ਉਹ ਵੀ ਹਿਰਦੇ ਤੱਕ ਹੀ ਸੀਮਤ ਹੈ, ਹਿਰਦੇ ਤੋਂ ਬਾਹਰ ਨਹੀਂ ਹੁੰਦੀ। ਜਿਵੇਂ ਐਕਸਚੇਂਜ ਦੀ ਵੈਲ ਐਕਸਚੇਂਜ ਤੱਕ ਹੈ, ਬਸ ਐਕਸਚੇਂਜ ਤੋਂ ਪਰੇ ਨਹੀਂ ਜਾਂਦੀ। ਉਹਨੇ ਮੈਸੇਜ ਐਕਸਚੇਂਜ ਤੱਕ ਆਉਂਦਾ, ਉਦੋਂ ਕਹਾਂ ਪਾਸ ਹੋਣ, ਫਿਰ ਉਹ ਹੋਰ ਕਰੇ ਕੋਈ। ਆਪੇ ਗੁਰਮੁਖੀ ਇਹ ਕਥ ਕਹਾਣੀ। ਐਕਸਚੇਂਜ ਨੇ ਕਹਾਂ ਜੋੜਨਾ, ਅਸੀਂ ਤਾਂ ਐਕਸਚੇਂਜ ਤੇ ਜਾਣਾ ਪਹਿਲਾਂ, ਡਾਇਰੈਕਟ ਨਹੀਂ ਤੁਸੀਂ ਜਾ ਸਕਦੇ। ਜਾਣਾ ਐਕਸਚੇਂਜ 'ਚ ਪਊ ਪਹਿਲਾਂ, ਉਹ ਵੀ ਐਕਸਚੇਂਜ ਦੇ ਥਰੂ ਹੁੰਦਾ। ਅਸੀਂ ਐਕਸਚੇਂਜ ਦੇ ਸੰਪਰਕ ਤੋਂ ਐਕਸਚੇਂਜ ਦੇ ਥਰੂ ਹੈ। ਤੁਸੀਂ ਐਕਸਚੇਂਜ ਬਣ ਕੇ ਚਲੋ ਅੰਦਰ ਨੂੰ। ਹਿਰਦਾ ਐਕਸਚੇਂਜ ਹੈ ਨਹੀਂ ਪਿੱਛੇ ਐਕਸਚੇਂਜ ਟਾਵਰ ਉਹਨਾਂ ਦਾ ਮੈਸੇਜ ਤਾਂ ਐਕਸਚੇਂਜ 'ਚ ਜਾਂਦਾ, ਪਾਸ ਆਨ ਹੁੰਦਾ। ਸਾਡਾ ਮੈਸੇਜ ਐਕਸਚੇਂਜ 'ਚ ਪਾਸ ਹੁੰਦਾ। ਧਰਮਰਾਜ ਹੈ ਹਰ ਕਾ ਕੀਆ ਦੇਵਤਾ ਦੇਵਤਾ ਲੈ ਗੱਲਾਂ ਕਰੇ ਦਲਾਲੀ। ਇੱਧਰ ਚੀਜ਼ ਉੱਧਰ ਨਹੀਂ, ਉੱਧਰ ਨਹੀਂ, ਇਹ ਦਲਾਲੀ ਹੈ। ਆ ਪਿਛਲਾ ਮੈਸੇਜ ਇੱਧਰ ਕੇ ਭੇਜ ਦੇਣਾ, ਉਧਰਲਾ ਉਧਰ, ਉਧਰਲਾ ਉਧਰ, ਉਧਰਲਾ ਮਾਲ ਉਧਰ, ਉਧਰਲਾ ਉਧਰ। ਬ੍ਰਹਮ ਦਾ ਕੰਮ ਹੈ। ਬ੍ਰਹਮ ਦਾ ਕੰਮ ਵਿਚਾਲੇ ਇੱਧਰ ਵੀ ਜੁੜਿਆ ਹੈ ਜੀਵ ਨਾਲ, ਉਧਰ ਪਿੱਛੇ ਵੀ ਜੁੜਿਆ ਹੈ। ਜੀਵ ਤਾਂ ਬ੍ਰਹਮ ਨਾਲ ਵੀ ਨਹੀਂ ਜੁੜਿਆ ਹੋਇਆ, ਸੁਣ ਲੈਂਦਾ ਉਹਦੀ ਗੱਲ, ਇਹਨੂੰ ਸੁਣ ਜਾਂਦੀ ਹੈ, ਪਰ ਜੁੜਿਆ ਹੋਇਆ ਨਹੀਂ ਹੈ। ਇੰਨਾ ਹੀ। ਆਪੇ ਗੁਰਮੁਖੀ ਮੈਸੇਜ ਤਾਂ ਤੁਹਾਨੂੰ ਮਿਲ ਜਾਂਦਾ ਪਰ ਜੁੜਿਆ ਹੋਇਆ ਨਹੀਂ। ਇਹਨੂੰ ਐ ਨਹੀਂ ਪਤਾ ਮੈਸੇਜ ਆਉਂਦਾ ਕਿੱਥੋਂ ਹੈ। ਬ੍ਰਹਮ ਦੇ ਥਰੂ ਮੈਸੇਜ ਤਾਂ ਹੀ ਕਹਿੰਦਾ ਆਪੇ ਯਾਦ ਆ ਗਿਆ, ਪਤਾ ਨਹੀਂ ਕਿੱਥੋਂ ਆ ਗਿਆ। ਚੇਂਜ ਚ ਆ ਰਿਹਾ ਉਹ, ਐਕਚੁਅਲ ਚੋਂ ਆ ਰਿਹਾ ਹੈ। ਵਪਾਰੀ ਇੱਕ ਦੂਜੇ ਨਾਲ ਵਪਾਰ ਕਰਦਾ ਰਹਿੰਦਾ, ਦੇਖਿਆ ਹੁੰਦਾ ਨਹੀਂ ਇੱਕ ਦੂਜੇ ਨੂੰ। ਹਾਂ ਉਹੀ ਗੱਲ ਇਹ ਆ, ਹਾਂ। ਆਪੇ ਗੁਰਮੁਖੀ ਇਹ ਕਥ ਦਲਾਲ ਕਹਾਣੀ। ਵਿਚਾਲੇ ਕਰਾਈ ਜਾਂਦਾ ਸਭ ਕੁਛ। ਆਪੇ ਗੁਰਮੁਖ ਕਥ ਕਹਾਣੀ। ਅਕਤ ਆਪੇ ਕੀ ਹੈ? ਸ਼ਿਵ ਆਪੇ ਸ਼ਿਵ ਸ਼ੰਕਰ ਮਹੇਸ਼ਾ ਆਪੇ ਆਪੇ ਸ਼ਿਵ ਗੁਰਮੁਖੀ ਸ਼ੰਕਰ ਕਥ ਕਹਾਣੀ। ਮਹੇਸ਼ਾ। ਆਪੇ ਗੁਰਮੁਖੀ ਕਥ ਕਹਾਣੀ। ਆਦਮ ਗੁਰਮੁਖ ਵੱਡਾ, ਹਾਂ ਗੁਰਮੁਖ ਵੱਡਾ ਕਰਦਾ। ਗੁਰਮੁਖ ਵੱਡਾ ਕਰਤਾ। ਗੁਰਮੁਖਾਂ ਨੇ ਉਹ ਕਹਾਣੀ ਕੀਤੀ ਹੈ। ਅਕਤ ਸਭ ਕੁਝ ਦੱਸਦਾ ਤੁਹਾਨੂੰ ਸੰਸਾਰ ਦਾ। ਅਕਤ ਕਹਾਣੀ ਕੀ ਹੈ? ਗੁਰਮੁਖਾਂ ਦੀ ਰਾਜਾ ਰਾਮ ਕੀ ਕਹਾਣੀ ਅਕਤ ਕਹਾਣੀ ਹੈ। ਸੰਸਾਰ ਦਾ ਜੋ ਹੋ ਰਿਹਾ ਵਾਪਰ ਰਿਹਾ ਸਭ ਕੁਝ ਦੱਸਦਾ। ਕੌਣ ਹੈ ਇਹ? ਗੁਰਮੁਖ ਹੋਣ ਕੇ ਦੱਸੋ। ਇਹ ਕੌਣ ਹੈ? ਭੇਸ ਬਦਲੀ ਫਿਰਦਾ। ਉਹਦੀ ਸਾਰੀ CID ਤੁਹਾਨੂੰ ਦੇ ਦਿੱਤੀ। ਹਾਂ ਪਿਛੋ ਸ਼ਿਵ ਕੌਣ ਹੈ, ਜੋਗੀ ਕੌਣ ਹੈ, ਸਾਰੇ CID ਦੇ ਦਿੱਤੀ ਰੂਪੀ ਦੀ। ਬਸ ਸਮਝਣਾ ਨਾ ਸਮਝਣਾ, ਜਿਹੜੇ ਸਮਝਣ ਵਾਲੇ ਹੋਣਗੇ ਸਮਝ ਜਾਣਗੇ। ਆਪੇ ਜੋਗੀ ਆਪੇ ਜਿੰਨਾ ਭੋਗੀ। ਚਿਰ ਮਾਇਆ ਜਾਂ ਵੈਰੂਪੀ ਹੈ, ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਜੋਗੀ ਹੈ, ਮੇਰੇ ਆਪੇ ਬਿਗਾਨੇ। ਭੋਗੀ ਹੈ। ਇਹ ਜੋਗੀ ਵੀ ਇਹੀ ਰਹਿੰਦਾ, ਭੋਗੀ ਵੀ ਇਹੀ ਰਹਿੰਦਾ। ਪਹਿਲਾਂ ਭੋਗੀ ਹੁੰਦਾ, ਜੋਗੀ ਵੀ ਬਣ ਸਕਦਾ। ਆਪੇ ਭੋਗੀ ਤੋਂ ਜੋਗੀ ਬਣ ਜਾਂਦਾ। ਉਹ ਜੋਗੀ ਹੋ ਕੇ ਕੋਈ ਵੱਖਰਾ ਨਹੀਂ ਬਣ ਗਿਆ, ਉਹੀ ਸੀ ਡਿਵੈਲਪ ਹੋ ਗਿਆ, ਛੱਡ ਦਿੱਤਾ, ਜੋਗੀ ਬਣ ਗਿਆ। ਸੰਸਾਰ 'ਚ ਕੋਈ ਬਹੁਤ ਬੜਾ ਨਹੀਂ ਹੋ ਜਾਂਦਾ, ਰੱਬ ਨਹੀਂ ਬਣ ਜਾਂਦਾ। ਜੋਗੀ ਬਣ ਕੇ ਰੱਬ ਨਹੀਂ ਬਣ ਗਿਆ, ਭੋਗੀ ਬਣ ਕੇ ਕੋਈ ਹੋਰ ਨਹੀਂ ਬਣ ਗਿਆ। ਉਹ ਔਗਣ ਸੀਗਾ, ਉਹ ਗੁਣਵੰਤ ਹੈ। ਇੰਨਾ ਹੀ ਫਰਕ ਹੈ। ਇੱਕ ਔਗਣ ਆ ਰਿਹਾ, ਗੁਣਵੰਤ ਹੈ। ਖੋਟਾ ਖਰਾਈ ਹੈ, ਹੋਰ ਕੁਝ ਨਹੀਂ ਹੈ। ਜੇ ਭੋਗੀ ਹੈ ਤਾਂ ਖੋਟਾ, ਜੇ ਜੋਗੀ ਹੈ ਖਰਾ ਹੋ ਗਿਆ। ਹੈ ਆਪੇ ਹੈ ਉਹੀ ਖੋਟੇ ਨੇ ਖਰਾ ਬਣਨਾ, ਉਸੇ ਦੀ ਖੋਟ ਨਿਕਲਣੀ ਸਤਿਗੁਰ ਹੈ। ਖੋਟਿਓਂ ਖਰੇ ਕਰੇ। ਬਸ ਫਿਰ ਹੋਰ ਕੀ ਹੈ? ਸਤਿਗੁਰ ਖੋਟਿਓਂ ਖਰੇ ਕਰੇ। ਭੋਗੀ ਖੋਟਾ
ਜੋ ਕੀ ਖਰਾ ਹੈ ਤਾਂ ਉਹੀ ਨਾ। ਇਸ ਕਰਕੇ ਬਹੁਤਾ ਭਰਮ ਚ ਨਾ ਪਿਓ ਵੀ ਇਹ ਸੰਤ ਦਾ ਪਤਾ ਨਹੀਂ ਕੀ ਹੋ ਗਿਆ। ਤੁਸੀਂ ਵੀ ਹੋ ਸਕਦੇ ਹੋ। ਭਰਮ ਕੱਢਿਆ ਆਪਸ ਵਿੱਚ ਹੀ ਜਿਹੜਾ ਸੀ, ਜਿਹੜੇ ਗੁਰੂ ਬਣੇ ਹੋਏ ਤੇ ਦੂਰੀ ਮਟਾਈ ਹੈ, ਹੈਂ ਦੂਰੀ ਮਟਾ ਦੀ। ਹਾਂ, ਦੂਰੀ ਤਾਂ ਨਹੀਂ ਮਟਾਈ, ਦੂਰੀ ਹੋਰ ਗੱਲ ਹੈ। ਅਕਲ ਦਾ ਜਿਹੜਾ ਫੇਰ ਸੀ ਉਹ ਮਟਾਇਆ। ਜਿਹੜਾ ਅਸੀਂ ਸਮਝਦੇ ਸੀ ਵੀ ਪਤਾ ਨਹੀਂ ਉਹ ਜਿਹੜਾ ਹੈਗਾ, ਬਲਕਿ ਆਪਣਾ ਵੀ ਭਰਮ ਮਟਾਉਂਦੇ ਨੇ ਵੀ ਸਾਨੂੰ ਕੋਈ ਬਹੁਤਾ ਬੜਿਆ ਨਾ ਤੁਸੀਂ ਮੰਨਿਓ। ਗੁਰਮੁਖਾਂ ਨੇ ਲਿਖਿਆ ਵੀ ਕੋਈ ਬਹੁਤਾ ਬੜੀ ਫਰਕ ਨਹੀਂ ਪੈ ਜਾਂਦਾ ਹੁੰਦਾ। ਜੋਗੀ ਔਰ ਭੋਗੀ ਦੇ ਵਿੱਚ ਤੁਸੀਂ ਵੀ ਹੋ ਸਕਦੇ। ਜੇ ਇਹ ਰੱਖੀ ਵੀ ਤੁਸੀਂ ਹੋ ਹੀ ਨਹੀਂ ਸਕਦੇ, ਇੰਨੀ ਗੁਰਬਾਣੀ ਨੇ ਤੁਹਾਨੂੰ ਹੌਸਲਾ ਦਿੱਤਾ ਵੀ ਸਾਰੇ ਹੀ ਹੋ ਸਕਦੇ ਨੇ, ਕੋਈ ਗੱਲ ਖਾਸ ਨਹੀਂ ਹੈਗੀ। ਸੰਤ ਨਹੀਂ ਇਹ ਕੰਮ ਕਰਦੇ, ਸੰਤ ਨਹੀਂ ਕਰ ਸਕਦੇ। ਆਪੇ ਸੰਨਿਆਸੀ ਫਿਰੇ ਬਿਬਾਨੀ। ਉਹ ਚੇਲਾ ਹੀ ਰੱਖਣਗੇ, ਉਹ ਜੇ ਉਹਨੂੰ ਤਾਂ ਖਤਰਾ ਪੈਦਾ ਹੋ ਜੂ, ਉਹਨੇ ਚੇਲੇ ਹੀ ਖਤਮ ਹੋ ਜਾਣਗੇ। ਉਹ ਬਰਾਬਰ ਦਾ ਨਹੀਂ ਬਣਾ ਕੇ ਰਾਜੀ ਸੰਤ ਆਪਣੇ, ਬਰਾਬਰ ਦਾ ਬਣ ਨਹੀਂ। ਜਿਵੇਂ ਸਿਆਸਤਦਾਨ ਨਹੀਂ ਬਣ ਦੇਣਾ ਚਾਹੁੰਦੇ, ਸਿਆਸਤਦਾਨ ਔਰ ਸੰਤ ਕੋਈ ਗੱਲ ਹੁੰਦੀ। ਜਿਹੜਾ ਦੁਨਿਆਵੀ ਵਡਿਆਈ ਚਾਹੁੰਦਾ ਕਦੇ ਨਹੀਂ ਬਰਾਬਰੀ ਤੁਹਾਨੂੰ ਹੁਣ ਦਊਗਾ। ਸੰਸਾਰੀ ਵਡਿਆਈ ਚ ਆਪਣੇ ਬਰਾਬਰ ਨਹੀਂ ਕੋਈ ਵੀ ਚਾਹੁੰਦਾ ਹੋ ਜਾਏ। ਇੱਧਰ ਵਡਿਆਈ ਜੋ ਕਹਿੰਦੇ ਸਾਰੇ ਹੋ ਜਾਣ, ਬਸ ਇੰਨਾ ਹੀ ਫਰਕ। ਕਿਤੇ ਘਾਟਾ ਵਾਧਾ ਨਹੀਂ ਨਾ ਕੋਈ ਹੈਗਾ। ਉਹਨਾਂ ਨੂੰ ਕੋਈ ਨਹੀਂ ਫਰਕ ਪੈਂਦਾ ਇੱਜ਼ਤ ਬੇਇੱਜ਼ਤੀ ਦਾ। ਉੱਥੇ ਫਰਕ ਪੈਂਦਾ, ਉੱਥੇ ਸਾਰਿਆਂ ਨੂੰ ਬੜਾ ਬਣਨਾ, ਇੱਧਰ ਸਾਰਿਆਂ ਨੂੰ ਛੋਟਾ ਬਣਨਾ। ਇੱਧਰ ਛੋਟਾ ਬਣਨਾ, ਉੱਧਰ ਬੜਾ ਬਣਨਾ। ਇੱਕ ਛੋਟਾ ਹੀ ਹੁੰਦਾ, ਸਭ ਤੋਂ ਛੋਟਾ ਇੱਕ। ਆਪੇ ਨਾਲ ਗੋਸ਼ਟ, ਹਾਂ, ਆਪੇ ਨਾਲ ਗੋਸ਼ਟ ਆਪ ਉਪਦੇਸੈ। ਆਪੇ ਜਿਹੜੀ ਕੋਸ਼ਿਸ਼ ਕਰਨੀ ਹੈ ਆਪਣੇ ਨਾਲ ਕਰਨਾ, ਆਪੇ ਨਾਲ ਕਰਨੀ ਚਾਹੀਦੀ ਹੈ। ਦੂਜੇ ਨਾਲ ਨਹੀਂ ਬਹੁਤੀ ਲੋੜ ਕਰਨੀ। ਦੂਜੇ ਨਾਲ ਕਿਤੇ ਕਿਤੇ ਲੋੜ ਹੈ, 24 ਘੰਟੇ ਆਪਣੇ ਨਾਲ ਲੋੜ ਹੈ ਗੋਸ਼ਟੀ ਕਰਨੀ। ਆਪੇ ਨਾਲ ਆਪਣੇ ਅੰਦਰ ਹੈ। ਔਰ ਆਪੇ ਨਾਲ ਗੱਲਾਂ, ਆਪੇ ਨਾਲ ਮਸਲਕ। ਹਾਂ, ਆਪ ਉਪਦੇਸੈ। ਵੀ ਤੂੰ ਕਰਦਾ ਕੀ ਹੈ, ਕੀ ਕਰਨਾ ਹੈ, ਅਸੀਂ ਕਿੱਧਰੋਂ ਮੂੰਹ ਚੱਕ ਲਿਆ ਉਹਦੇ ਪਾਸੇ। ਆਪੇ ਨਾਲ ਗੋਸ਼ਟੀ ਆਪ ਉਪਦੇਸੈ। ਆਪਣੇ ਆਪ ਨੂੰ ਆਪੇ ਉਪਦੇਸ਼ ਕਰਨਾ। ਦੂਏ ਦੇ ਉਪਦੇਸ਼ ਦੀ ਤਾਂ ਲੋੜ ਪੈਂਦੀ ਹੈ ਜੇ ਸਾਡੇ ਕੋਲ ਹੋਵੇ ਨਾ। ਜੇ ਆ ਹੈਗੀ ਆ ਤਾਂ ਉਪਦੇਸ਼ ਦੀ ਦੂਏ ਦੀ ਲੋੜ ਨਹੀਂ ਹੈ। ਦੂਏ ਦੀ ਇੰਨੀ ਕੁ ਲੋੜ ਆ ਵੀ ਅੱਖਰਾਂ ਦੀ ਸਮਝ ਨਹੀਂ ਹੈਗੀ, ਲਫ਼ਜ਼ਾਂ ਦੀ ਸਮਝ ਨਹੀਂ ਹੈ, ਅਰਥਾਂ ਦੀ ਸਮਝ ਨਹੀਂ ਹੈ, ਉਹ ਇੰਨੀ ਕੁ ਲੋੜ ਸਮਝ ਕੇ ਤਾਂ ਫਿਰ ਆਪਣੇ ਨਾਲ ਗੋਸ਼ਟੀ ਹੈ। ਇੰਨੀ ਕੁ ਗੱਲ ਹੈ ਤਾਂ ਸਮਝਣੀ ਵੀ ਅੱਖਰਾਂ ਦੀ, ਲਫ਼ਜ਼ਾਂ ਦਾ ਪਤਾ ਨਹੀਂ ਸੀ, ਅਰਥਾਂ ਦਾ ਪਤਾ ਨਹੀਂ ਸੀ, ਭਾਸ਼ਾ ਲਿਖੀ ਹੋਈ ਹੈ, ਪਤਾ ਲੱਗ ਜਾਵੇ ਫਿਰ ਤਾਂ ਗੋਸ਼ਟੀ ਬਾਅਦ ਦੇ ਵਿੱਚ। ਤਾਂ ਮਨ ਨੂੰ ਮਨਾਉਣਾ ਆਪਣੇ ਆਪੇ। ਗੋਸ਼ਟੀ ਦਾ ਮਤਲਬ ਮਨਾਉਣਾ ਜਿਹੜਾ ਮਨ ਨੂੰ ਹੈ ਨਾ। ਫਾਰਮੂਲਾ ਸਮਝ ਲਿਆ, ਲਾਗੂ ਯਾਦ ਕਰਨਾ, ਲਾਗੂ ਕਰਨਾ ਹੋਰ ਗੱਲ ਹੈ। ਕਾਨੂੰਨ ਬਣਾਉਣਾ ਹੋਰ ਗੱਲ ਹੈ, ਲਾਗੂ ਕਰਨਾ ਹੋਰ ਗੱਲ ਹੈ। ਲਾਗੂ ਕਿਤੇ ਐਵੇਂ ਹੋ ਜਾਂਦਾ, ਲਾਗੂ ਕਰਨਾ ਹੀ ਔਖਾ ਹੈ। ਕਾਨੂੰਨ ਨੂੰ ਸੁਣ ਲੈਣਾ, ਪੜ੍ਹ ਲੈਣਾ, ਸਮਝ ਲੈਣਾ ਔਖਾ ਨਹੀਂ, ਲਾਗੂ ਕਰਨਾ ਔਖਾ ਹੈ। ਬਾਣੀ ਸਮਝ ਲੈਣੀ ਤਾਂ ਔਖੀ ਨਹੀਂ ਹੈ। ਚਲੋ ਇਹਦਾ ਜੇ ਕੋਈ ਨਹੀਂ ਸ਼ਬਦ ਸਮਝ ਆਇਆ ਤਾਂ ਵੀ ਕੋਈ ਗੱਲ ਨਹੀਂ, ਗੱਲ ਤਾਂ ਜੀਵਨ ਤੇ ਢੁੱਕੂ ਫਿਰ। ਹੈ ਇਹਦਾ ਜੇ ਕੋਈ ਸ਼ਬਦ ਦੇ ਅਰਥ ਘੱਟ ਵੀ ਆ ਗਏ, ਫਿਰ ਕੀ ਹੋ ਗਿਆ? ਹਾਂ ਜੀ, ਤਾਂ ਵੀ ਉਹ ਹੋਰ ਸ਼ਬਦ ਬਥੇਰੇ ਨੇ, ਇੱਕੋ ਸ਼ਬਦ ਤਾਂ ਬਥੇਰਾ। ਹਾਂ ਜੀ, ਸ਼ਬਦ ਤਾਂ ਇੱਕੋ ਬਥੇਰਾ ਹੈ। ਇਹ ਲਾਗੂ ਹੋ ਜਾਵੇ। ਜੇ ਲਾਗੂ ਕਈ ਵਾਰੀ ਐਂ ਲੱਗਦਾ ਵੀ ਇਹ ਪੰਗਤੀ ਦਾ ਹੀ ਨਹੀਂ ਚੱਲ ਸਕਦੇ ਅਸੀਂ ਐਡੇ ਜੀ। ਹਾਂ, ਹਾਂ ਉਹੀ ਗੱਲ ਹੈ ਜੀ, ਗੱਲ ਤਾਂ ਕੱਲੀ ਕੱਲੀ ਜੀਵਨ ਤੇ ਬੰਦੀ ਬਥੇਰੀ ਹੈ। ਉਹੀ ਕਢਾ ਦਿੰਦੀ ਹੈ ਬੰਨ ਕੇ। ਕਹਿੰਦੇ ਨਹੀਂ ਉਹ ਕਹਿੰਦਾ ਸੰਤ ਇਹੋ ਜਿਹੀਆਂ ਗੱਲਾਂ ਸੁਣਾਉਂਦੇ ਹੁੰਦੇ ਨੇ। ਉਹਦੇ ਨਾਲ ਜੋੜੀ ਹੋਈ ਆਪਣੇ ਯੁਧਿਸ਼ਟਰ ਨਾਲ ਲਿਖ ਕੇ ਦੇ ਦਿੱਤਾ, ਸਦਾ ਸੱਚ ਬੋਲੋ। ਸਾਰਿਆਂ ਨੇ ਲਵੀ ਕੱਲ ਨੂੰ ਯਾਦ ਕਰਕੇ ਆ ਗਿਆ। ਯੁਧਿਸ਼ਟਰ ਨੂੰ ਕਿਹਾ ਵੀ ਤੂੰ ਕਹਿੰਦਾ ਮੇਰੇ ਨਹੀਂ ਯਾਦ ਹੋਇਆ। ਉਹ ਦੂਏ ਨੇ ਫਟਾਫਟ ਸੁਣਾਤਾ। ਉਹਦੇ ਸਾਰੀ ਜ਼ਿੰਦਗੀ ਕਹਿੰਦਾ ਇਹੀ ਨਹੀਂ ਯਾਦ ਹੋਇਆ। ਕਹਿੰਦਾ ਗਾਹਾਂ ਦੀ ਪੰਕਤੀ ਉਦੋਂ ਪੜੂ ਜਿੱਦਣ ਯਾਦ ਹੋਊਗੀ। ਅਸੀਂ ਰੋਜ਼ ਸੁਣੀ ਜਾਂਦੇ, ਪਹਿਲੇ ਯਾਦ ਨਹੀਂ ਹੋਈ। ਉਹ ਮੈਂ ਤਾਂ ਤੁਹਾਡੀ ਦੀ ਗੱਲ ਕਰਦਾ, ਮੈਂ ਉਹਦੇ ਨਾਲ ਜੋੜੀ ਹੋਈ ਗੱਲ ਕਰਦਾ। ਉਹ ਜੋੜੀ ਹੋਈ ਗੱਲ ਕਰਦਾ। ਜੋੜੀ ਹੋਈ ਦਾ ਮਤਲਬ ਇਹ ਸੀਗਾ ਬਈ ਗਿਆਨ ਬਹੁਤਾ ਪੜ੍ਹਨ ਦੀ ਲੋੜ ਨਹੀਂ ਹੁੰਦੀ, ਮੰਨਣ ਦੀ ਲੋੜ ਹੈ। ਥੋੜਾ ਪੜ੍ਹ ਕੇ ਮੰਨਣ ਦੀ ਲੋੜ ਹੁੰਦੀ। ਹਾਂ, ਜਿੱਥੋਂ ਸਾਨੂੰ ਗਾਹਾਂ ਗੁਲਝਾਂ ਨੇ, ਕਈ ਗਾਹਾਂ ਜਾ ਕੇ ਗੁਲਝਾਂ ਜਦ ਤੁਰ ਪੈਂਦਾ ਫਿਰ ਗਾਹਾਂ ਵੀ ਗੁਲਝਾਂ ਪੈਂਦੀਆਂ ਨੇ। ਕਈ ਪੰਕਤੀਆਂ ਸਾਨੂੰ ਇਹੋ ਜਿਹੀਆਂ ਉਹਨਾਂ ਨੇ ਅਰਥ ਦੇ ਦਿੱਤੇ ਜਿਹੜੇ ਉਹ ਹੋਰ ਪਾਸੇ ਨੂੰ ਲੈ ਕੇ ਜਾਂਦੇ ਨੇ ਅਰਥ। ਜਿਹੜੀ ਸ਼ੰਕਾ ਪਾਉਂਦੀ ਹੋਰ ਕੁਝ
ਅਲਝਾਵਾ ਇਸੇ ਗੱਲ ਦਾ ਪਾਇਆ ਹੋਇਆ ਹੈ। ਕੋਈ ਪੰਕਤੀ ਕੁਝ ਕਹਿੰਦੀ ਹੈ, ਕੋਈ ਕੁਝ ਕਹਿੰਦੀ, ਉਲਝਣ ਚ ਪਾਤਾ। ਉਹ ਉਲਝਣ ਦਾ ਸੋਲਿਊਸ਼ਨ ਸਾਰੀ ਸੰਗਤ ਵਾਸਤੇ, ਉਹਨਾਂ ਲੋਕਾਂ ਵਾਸਤੇ ਹੁੰਦਾ ਜਿਹੜੇ ਉਹ ਪੰਕਤੀਆਂ ਲੈ ਕੇ ਉਲਝਾਵਾ ਪਾ ਰਹੇ ਨੇ, ਤਾਂ ਕਿ ਉਲਝਾਵਾ ਦੂਰ ਹੋ ਜਾਏ। ਇੰਨੀ ਬਾਣੀ ਤਾਂ ਲਿਖੀ ਗਈ, ਇਹ ਸਾਰਿਆਂ ਵਾਸਤੇ ਉਲਝਣਾਂ ਦਾ ਸੋਲਿਊਸ਼ਨ। ਅੱਛਾ, ਪੰਕਤੀਆਂ ਨੂੰ ਉਲਝਾਵਾ ਵੀ ਕਈ ਪਾਉਂਦੇ ਨੇ, ਇਹ ਵੀ ਗੱਲ ਦੇਖੋ। ਹਾਂ, ਇੱਥੇ ਇਹਨਾਂ ਦਾ ਹੀ ਪਾਉਂਦੇ ਨੇ, ਉਹ ਆਪਣੀ ਮੱਤ ਨੂੰ ਜਸਟੀਫਾਈ ਕਰਨ ਵਾਸਤੇ ਇਹਨਾਂ ਦਾ ਅਰਥ ਬਦਲ ਲੈਂਦੇ ਵੀ ਅਸੀਂ ਜੋ ਕਰ ਰਹੇ ਹਾਂ ਉਹ ਠੀਕ ਹੈ। ਆਪੇ ਨਾਲ ਗੋਸ਼ਟ ਆਪ ਉਪਦੇਸ਼ ਹੈ, ਆਪੇ ਸੁਗੜ ਸਰੂਪ ਸਿਆਣੀ। ਆਪੇ ਸੁਗੜ ਸਰੂਪ ਸਿਆਣੀ, ਆਪੇ ਸੁਗੜ ਸਰੂਪ ਹੈ। ਸੁਗੜ ਸਰੂਪ ਸਿਆਣੀ ਤਾਂ ਹੈ ਜੋ ਸੁਗੜ ਸਰੂਪ ਹੈ। ਘੜ ਲਫ਼ਜ਼ ਤੋਂ ਸੁਗੜ ਬਣੇ, ਜਿਹਦੀ ਘਾੜ ਤਾਂ ਬਹੁਤ ਵਧੀਆ ਘੜੀ ਗਈ ਨਾ ਬੁੱਧੀ ਦੀ, ਸੁਗੜ ਸਰੂਪ ਸਿਆਣੀ ਹੋਈ। ਤੇ ਘਾੜ ਤਾਂ ਘੜੀ ਹੈ ਬਹੁਤ ਅਨੂਪ, ਤੇ ਘੜੀ ਹੈ ਸੁਰਤ ਮਤ ਮਨ ਸਾਰੇ ਘੜੇ ਜਾਣ। ਬਾਣੀ ਘੜ ਰਹੀ, ਇਹਨਾਂ ਦੀ ਘਾੜ ਤਾਂ ਘੜ ਰਹੀ। ਘੜ ਕੇ ਹੀ 10 ਹਜ਼ਾਰ ਜੀ ਨਿਕਲਣਾ ਨੇ ਮਨ ਤੋਂ ਮੈਗਲ ਮੈਲੇ ਘੜਨੀ। ਔਰ ਘੜਨਾ ਕੀ ਹੈ? ਘੜਨਾ ਕੀ ਹੈ? ਮੈਲ ਘੜਨਾ ਕੀ ਹੈ? ਭਰਮ ਲਾ ਦੇਣਾ। ਹੋਰ ਘੜਨਾ ਕੀ? ਸਵਾਲ ਹੈ ਵੀ ਘੜਨਾ ਕੀ? ਘੜਨਾ ਭਰਮ, ਪੰਕਤੀਆਂ ਦੇ ਭਰਮ ਪੈ ਗਏ। ਨਾਮ ਕੀ ਹੈ? ਇਹ ਉਲਟਾ ਮੰਨ ਲਿਆ। ਦਾਨ ਕੀ ਹੈ? ਉਲਟਾ ਮੰਨ ਲਿਆ। ਪਾਪ ਨੂੰ ਮੰਨ ਲਿਆ। ਅਸਲੀ ਪਾਪ ਦਾ ਪਤਾ ਨਹੀਂ ਲੱਗਿਆ। ਪਾਪ ਹੈ, ਪਾਪ ਹੈ, ਪਰ ਪਾਪ ਕੀ ਹੈ? ਜਿਹੜਾ ਅਸੀਂ ਪਾਪ ਮੰਨਦੇ ਉਹ ਪਾਪ ਨਹੀਂ ਹੈ। ਜਿਹੜਾ ਅਸੀਂ ਨਾਮ ਮੰਨਦੇ ਉਹ ਨਾਮ ਨਹੀਂ ਹੈ। ਜਿਹੜਾ ਅਸੀਂ ਜਪ ਮੰਨਦੇ ਉਹ ਜਪ ਨਹੀਂ ਹੈ। ਅਸੀਂ ਉਹਦੀ ਬਜਾਏ ਕਿਸੇ ਹੋਰ ਚੀਜ਼ ਨੂੰ ਮੰਨ ਲਿਆ ਤੇ ਦਿਸ਼ਾਹੀਨ ਤਾਂ ਹੋਣਾ ਕੁਦਰਤੀ ਗੱਲ ਹੈ। ਪਾਪ ਬੁਰਾ, ਆਪੀ ਕੋ ਪਿਆਰ। ਹੁਕਮ ਦਾ ਵਿਰੋਧ ਕਰਨਾ ਹੀ ਬੁਰਾ, ਪਰ ਕਰਨ ਵਾਲੇ ਨੂੰ ਤਾਂ ਚੰਗਾ ਲੱਗਦਾ ਹੈ। ਸਾਡੀਆਂ ਇੱਛਾਵਾਂ ਅੰਦਰੋਂ ਪੈਦਾ ਹੁੰਦੀਆਂ, ਸਾਨੂੰ ਚੰਗੀਆਂ ਲੱਗਦੀਆਂ ਨੇ। ਮਾੜੀ ਕਿਹਨੂੰ ਲੱਗਦੀ ਹੈ ਇੱਛਾ? ਲੱਗਦੀ ਹੈ ਕੋਈ ਮਾੜੀ ਸਾਨੂੰ? ਰੋਕਣ ਵਾਲਾ ਬੜਾ ਲੱਗਦਾ ਜਿਹੜਾ ਰੋਕਦਾ। ਇੱਛਾਵਾਂ ਦੀ ਰੋਕ ਬੰਦ ਕਰਕੇ ਹੋਰ ਕੁਝ ਪਾਪ ਬਣਾ, ਔਰ ਉਹ ਪਾਪ ਤੇ ਟੈਕਸ ਲਾਤਾ ਜਿਹਨੇ ਬਣਾਇਆ ਪਾਪ, ਉਹ ਤੋਂ ਆਮਦਨ ਸ਼ੁਰੂ ਕਰ ਲਈ। ਪੰਡਤ ਨੇ ਜੋ ਪਾਪ ਕੜਿਆ ਉਹਦਾ ਟੈਕਸ ਲਾਤਾ ਵੀ ਇਹ ਪਾਪ ਤੋਂ ਮੈਂ ਮੁਕਤੀ ਵੀ ਕਰਾ ਦੂੰ, ਮੈਨੂੰ ਦੇਈ ਜੋ ਕੁਝ ਹੋਗਾ ਕਮਿਸ਼ਨ। ਰੱਬ ਦੀ ਲੋੜ ਹੀ ਨਹੀਂ ਵਿਚਾਲੇ ਹੈਗਾ, ਮੈਂ ਇੱਥੇ ਹੀ ਹੋ ਜੂ ਕੰਮ। ਪਹਿਲਾਂ ਦਾ ਸਾਰਾ ਧਰਮ ਬਦਲਿਆ, ਫਿਰ ਧਰਮ ਬਦਲਣ ਦਾ ਕਮਿਸ਼ਨ ਲੈ ਲਿਆ। ਉਹ ਧਰਮ ਤੇ ਕਮਿਸ਼ਨ ਵੇਚ ਤੇ ਤੁਹਾਨੂੰ ਰਹਿਤਾ ਮਿਲਣਗੇ, ਹੈ ਕਿ ਨਹੀਂ? ਇਹਦਾ ਮਤਲਬ ਉਹਨੂੰ ਨੋਇੰਗਲੀ ਬਦਲਿਆ ਸੀ, ਨੋਇੰਗਲੀ ਸਾਰੀ ਗੱਲ ਕੀਤੀ ਸੀ। ਹੁਣ ਚਾਹੇ ਪਤਾ ਹੋਵੇ ਕਿਸੇ ਨੂੰ, ਚਾਹੇ ਨਾ ਹੋਵੇ। ਅਸੀਂ ਪ੍ਰਚਾਰ ਤਾਂ ਕੀਤਾ ਉਹਨਾਂ ਦੇ ਖਿਲਾਫ, ਪਰ ਐ ਨਹੀਂ ਕੀਤਾ। ਗਹਿਰਾਈ ਤੋਂ ਨਹੀਂ ਦੇਖਿਆ ਵੀ ਜੜ ਕਿੱਥੋਂ ਇਹਦੀ ਪੈਦਾ ਹੋਈ। ਆਹ ਪੁਆਇੰਟ ਵਧੀਆ, ਆਹ ਪੁਆਇੰਟ ਬਹੁਤ ਵਧੀਆ। ਪਹਿਲਾਂ ਤਾਂ ਬੇਸ ਬਦਲਿਆ, ਪਹਿਲਾਂ ਤਾਂ ਬੇਸ ਬਦਲਿਆ, ਫਿਰ ਉਹ ਬੇਸ ਨੂੰ ਫਿਰ ਬੇਸ ਤੋਂ ਕਮਾਈ ਕਰਨੀ ਸੀ। ਜਿੰਨੇ ਕਾਨੂੰਨ ਬਣਦੇ ਨੇ ਸਾਰਿਆਂ ਤੋਂ ਕਮਾਈ ਹੁੰਦੀ ਹੈ। ਜਿੰਨੇ ਵੀ ਕਾਨੂੰਨ ਪੁਲਿਸ ਨੂੰ ਬਣਾ ਕੇ ਦਿੰਦੇ ਸਾਰਿਆਂ ਤੋਂ ਕਮਾਈ ਕਰਦੇ ਨੇ ਉਹ। ਜਿੰਨੀਆਂ ਪਾਵਰਾਂ ਜ਼ਿਆਦਾ ਦੇ ਉਨੀ ਕਮਾਈ ਵੱਧ ਜਾਂਦੀ ਉਹਨਾਂ ਦੀ। ਉਹਨਾਂ ਨੇ ਬਣਾਇਆ। ਜਿਹਦੇ ਜ਼ਮਾਨਤ ਹੋ ਜਾਂਦੀ ਹੈ ਉਹਦੇ ਨਹੀਂ ਇੰਨੀ ਸਖਤੀ ਹੁੰਦੀ, ਜਿਹਦੀ ਜ਼ਮਾਨਤ ਨਹੀਂ ਹੁੰਦੀ ਉਹ ਕਿਸੇ ਦੇ ਫੀਸ ਵੀ ਵੱਡੀ ਹੁੰਦੀ ਹੈ ਵੀ ਨੌਨ ਅਵੇਲੇਬਲ ਹੈ। ਪਹਿਲਾਂ ਤਾਂ ਉਹਨਾਂ ਨੇ ਬਦਲਿਆ, ਪੰਡਤ ਪਾੜੀ ਬਾਟ ਕਹਿ ਨਾ ਕੋਈ ਰਸਤਾ ਬਦਲਿਆ, ਪਾਪ ਹੋਰ ਰੱਖਿਆ। ਮਨਸਾ ਪਾਪ ਵੇਦ ਵਿੱਚ ਮੰਨੀ ਹੋਇਆ ਸੀ, ਮਨ ਦੀ ਇੱਛਾ ਹੀ ਪਾਪ ਹੈ। ਮਨਸਾ ਪਾਪ ਦਾ ਮਤਲਬ ਮਨ ਦੇ ਵਿੱਚ ਜੋ ਇੱਛਾ ਪੈਦਾ ਹੁੰਦੀ ਹੈ ਪਾਪ ਹੈ, ਮੰਨੀ ਹੋਈ ਹੈ ਵੇਦ ਦੇ ਵਿੱਚ। ਉਹ ਛੱਡਤੀ ਨਾ ਜੀ ਨਾ, ਮਨਸਾ ਪਾਪ ਨਹੀਂ ਠੀਕ ਹੈ, ਜਾਂ ਪਾਪ ਕੀਤਾ ਹੀ ਨਹੀਂ। ਫਿਰ ਉਹ ਘੜਿਆ ਕੀ ਕਿ ਇੱਛਾ ਹੋਈ ਸੀ ਮੈਂ ਚੋਰੀ ਕਰਨਾ, ਕੀਤੀ ਤਾਂ ਹੈ ਨਹੀਂ। ਇੱਛਾ ਨੂੰ ਨਹੀਂ, ਹਰ ਇੱਛਾ ਨੂੰ ਨਹੀਂ ਪਾਪ ਕਿਹਾ। ਇੱਛਾ ਪੈਦਾ ਹੋਈ ਸੀ ਮੈਂ ਇਹਦਾ ਹਾਂ
ਬੁਰਾ ਕਰਦਾ ਕੀਤਾ ਤਾਂ ਹੈ ਨਹੀਂ, ਇਹ ਕੀਤਾ ਨਹੀਂ ਫਿਰ ਪਾਪ ਕਾਹਦਾ ਹੋਇਆ? ਆ ਦਲੀਲ ਦੇ ਦਿੱਤੀ। ਇਹ ਇਰਾਦਾ ਕਤਲ ਆਪਣੇ ਵੀ ਇੱਥੇ ਚੱਲਦਾ ਜੀ, ਇਹ ਇਰਾਦਾ ਸੀ ਕਤਲ ਦਾ, ਕਤਲ ਹੋਇਆ ਨਹੀਂ। ਇੱਥੇ ਤਾਂ ਚੱਲਦਾ ਹੈ, ਉਹਨਾਂ ਨੇ ਤਾਂ ਛੱਡਤਾ। ਉਰੇ ਤਾਂ ਫਿਰ ਵੀ ਇਰਾਦਾ ਕਤਲ ਹੈ। ਆਪ ਸੋਚ ਕਰੀ ਉਹਨੇ। ਨਹੀਂ, ਸੋਚ ਨਹੀਂ ਹੋਰ ਨਹੀਂ। ਇਰਾਦਾ ਕਤਲ ਹੋਰ ਗੱਲ। ਕਤਲ ਇਰਾਦਾ ਕਰਨ ਦਾ ਸੀ, ਨਹੀਂ ਹੋਇਆ। ਆਪਣੇ ਵੱਲੋਂ ਪੂਰਾ ਵੱਢਿਆ, ਇਰਾਦਾ ਕਤਲ। ਉਹ ਗੱਲ ਹੋਰ ਹੈ। ਇਹ ਗੱਲ ਹੈ ਪਲੈਨਿੰਗ ਕੀਤਾ ਸੀ, ਪਲੈਨਿੰਗ ਠੱਪ ਕਰਤਾ। ਸਾਡੇ ਪਲੈਨਿੰਗ ਕਰਦੇ ਵੀ ਫੜੇ ਜਾਂਦੇ ਨੇ। ਡਕੈਤੀ ਦੀ ਪਲੈਨਿੰਗ ਕਰ ਰਹੇ ਸੀ, ਕੀ ਪਤਾ ਪਲੈਨਿੰਗ ਦੇ ਬਾਅਦ ਉਹਨਾਂ ਨੇ ਸਿਰੇ ਚਾੜਨੀ ਸੀ ਕਿ ਨਹੀਂ ਚਾੜਨੀ ਸੀ, ਪਰ ਇਹ ਸਾਡੇ ਰੱਖਿਆ ਹੋਇਆ। ਪਲੈਨਿੰਗ ਬਣਾ ਰਹੇ ਤੇ ਇੰਦਰਾ ਨੂੰ ਮਾਰਨ ਦੀ, ਤੈਂ ਸੁਣ ਲਈ ਸੀ, ਤੈਂ ਦੱਸਿਆ ਕਿਉਂ ਨਹੀਂ? ਇਹ ਲੱਗੀ ਉਹਦੇ ਤੇ, ਗੇਰ ਸਿੰਘ ਤੇ ਲੱਗੀ ਹੈ, ਕੇਰ ਸਿੰਘ ਤੇ ਇਹੀ ਦਫਾ ਲੱਗੀ। ਤੂੰ ਕਿਉਂ ਨਹੀਂ ਦੱਸੀ ਟਾਈਮ ਤੇ? ਜੇ ਤੂੰ ਦੱਸ ਦਿੰਦਾ ਬਸ ਸਕਦੀ ਸੀ। ਉਹ ਕਹਿੰਦਾ ਮੈਨੂੰ ਕੀ ਪਤਾ ਸੀ ਇਹਨਾਂ ਨੇ ਪਲੈਨਿੰਗ ਸਿਰੇ ਚਾੜਨੀ ਕਿ ਨਹੀਂ ਚਾੜਨੀ, ਕਹਿੰਦੇ ਚਾੜ ਤਾਂ ਦਿੱਤੀ। ਤੂੰ ਵੀ ਉਹਨੇ ਦੋਸ਼ੀ। ਦੋਸ਼ੀ ਬਣਦਾ ਨਹੀਂ ਸੀ, ਬਣਾਤਾ। ਬਣਦਾ ਨਹੀਂ ਸੀ ਦੋਸ਼ੀ, ਬਣਦਾ ਨਹੀਂ ਸੀ। ਮੈਂ ਤਾਂ ਕਹਿਤਾ ਸੀ ਕੰਮ ਨਾ ਕਰਿਓ ਭਾਜੀ, ਇਹ ਨਹੀਂ ਚੀਜ਼ ਕਰਿਓ। ਕਹਿੰਦੇ ਚਲੋ ਇਹ ਤਾਂ ਕਹਿਤਾ ਤੁਸੀਂ, ਪਰ ਤੇ ਦੱਸਿਆ ਕਿਉਂ ਨਹੀਂ? ਇਨਫੋਰਮੇਸ਼ਨ ਚਾਹੀਦੀ ਸੀ। ਇਨਫੋਰਮੇਸ਼ਨ ਕਿਉਂ ਨਹੀਂ ਦਿੱਤੀ? ਉਹ ਤੇਰੀ ਡਿਊਟੀ ਬਣ ਗਈ ਹੈ, ਤੂੰ ਉੱਥੇ ਖੜਾ ਇੱਕ ਵਾਰ ਸੋਟੀ ਵਾਸਤੇ ਖੜਾ ਹੁੰਦਾ। ਪਰ ਜੇ ਕੋਈ ਮਿਨਿਸਟਰ ਗੱਲ ਕਹਿੰਦਾ ਉਹਦੇ ਵਾਸਤੇ ਨਹੀਂ ਸੀ, ਉਹਦੇ ਵਾਸਤੇ ਬਸ ਫਿਰ ਉਹ ਤਾਂ ਕਿਹੜੇ ਸਭ ਵਾਸਤੇ ਸੀ ਇਹ ਗੱਲ। ਆਪਣਾ ਚੋਜ ਕਰ ਵੇਖੇ ਆਪੇ, ਆਪਣਾ ਚੋਜ ਕਰ ਵੇਖੇ ਆਪੇ, ਆਪੇ ਸਭਨਾ ਜੀਆਂ ਕਾ ਹੈ ਜਾਣੇ। ਆਪਣਾ ਚੋਜ ਕਰ ਵੇਖੇ ਆਪੇ। ਚੋਜ ਤਾਂ ਆਪਣਾ ਹੀ ਹੈ, ਕਰਕੇ ਆਪੇ ਵੇਖ ਲੈ। ਆਪੇ ਸਭਨਾ ਜੀਆਂ ਕਾ ਹੈ ਜਾਣੇ। ਇੱਥੇ ਨੂੰ ਜੀ ਤੋਂ ਅੱਡ ਮਤਲਬ ਆਪੇ ਸਭਨਾ ਜੀਆਂ ਕਾ ਹੈ ਯਾਰ ਜਾਣੇ। ਅੰਦਰਲੇ ਦੀ ਗੱਲ ਹੈ, ਸਾਹਮਣੇ ਜੀ ਹੁੰਦਾ, ਅੰਦਰਲਾ ਬਾਹਰਲਾ ਜਾਣੂ, ਹਰੇਕ ਦਾ ਅੰਦਰਲਾ ਬਾਹਰਲਾ ਜਾਣੂ। ਅੰਦਰਲੇ ਨੂੰ ਇੱਕ ਮੰਨੇ, ਉਹਦਾ ਸੁਭਾਅ ਹੈ। ਦੇਖੋ ਅੰਦਰਲੇ ਨੂੰ ਇੱਕ ਲੈਵਲ ਤੇ ਕਿਉਂ ਮੰਨੇ? ਉਹਦਾ ਇੱਕ ਸੁਭਾਅ ਹੈ, ਜਿਹੜਾ ਮਾਇਆ ਚ ਲਿਪਤ ਨਹੀਂ ਹੁੰਦਾ ਉਹਨੂੰ ਇੱਕੇ ਮੰਨਿਆ ਜਾਊਗਾ। ਇੱਕ ਮੰਨੇ ਜਾਊਗਾ। ਹਾਂ, ਮਾਇਆ ਚ ਲਿਪਤ ਨਹੀਂ, ਉਹਦੇ ਅੰਦਰ ਕਦੇ ਸ਼ਾਂਤ ਵੀ ਹੈ, ਸੰਤ ਵੀ ਹੈ, ਸਾਧ ਵੀ ਹੈ, ਉਹਦੇ ਸਾਰੇ ਗੁਣ ਨੇ। 4 ਗੁਣ ਕਾਇਮ ਲਿਖਿਆ ਹੋਇਆ ਉੱਥੇ ਪਦ ਬੰਦੇ। ਸੱਜੇ ਹੱਥ ਦੇ ਸਾਰੇ ਗੁਣ ਕਾਇਮ ਨੇ, ਖੱਬੇ ਤੇ ਖਰਾਬ ਹੋਏ ਨੇ। ਇੱਕ ਪਾਸਾ ਜੇ ਮਾਰਿਆ ਗਿਆ ਸਰੀਰ ਤੇ ਤਾਂ ਇਫੈਕਟ ਸਾਰੇ ਤੇ ਪੈ ਗਿਆ ਨਾ। ਆਵੇਂ ਭਾਵੇਂ ਤੰਦਰੁਸਤੀ ਹੋਵੇ, ਭਾਵੇਂ ਦੂਜਾ ਸਰੀਰ। ਅੱਧਾ ਸਰੀਰ ਤੰਦਰੁਸਤ, ਅੱਧੇ ਨੂੰ ਕੀ ਕਰਾਂਗੇ? ਸਰੀਰ ਤੰਦਰੁਸਤ ਨਹੀਂ ਮੰਨਿਆ ਜਾਣਾ ਜੇ ਇੱਕ ਪਾਸਾ ਵੀ ਮਾਰਿਆ ਗਿਆ। ਖੱਬੇ ਪਾਸੇ ਨੂੰ ਲਕਵਾ ਮਾਰ ਗਿਆ, ਇਹ ਸਰੀਰ ਤਾਂ ਡਿਫੈਕਟਿਵ ਹੋ ਗਿਆ ਨਾ। ਮਨ ਨੂੰ ਇਹ ਡਿਫੈਕਟ ਪਿਆ ਹੋਇਆ ਚਾਹੇ, ਪਰ ਇੱਕ ਪਾਸਾ ਤੰਦਰੁਸਤ ਹੈ। ਉਹਦੀ ਤੰਦਰੁਸਤੀ 'ਚ ਕੋਈ ਨਹੀਂ ਫਰਕ ਹੈਗਾ। ਇਸ ਕਰਕੇ ਉਹਨੂੰ ਉਹਨਾਂ ਨੇ ਤੰਦਰੁਸਤ ਵਾਲੇ ਖਾਤੇ ਰੱਖਿਆ ਹੋਇਆ। ਉਹ ਸੱਚ ਤੇ ਕਾਇਮ ਹੈ, ਇੱਕ ਉਹਦੇ ਵਾਸਤੇ ਆ ਜਾਂਦਾ ਸੱਚ ਆ, ਉਹ ਸੱਚ ਤੇ ਕਾਇਮ ਹੈ। ਇਸ ਕਰਕੇ ਉਹ ਜਿਹੜਾ ਜਾਣੀ ਹੈ, ਆਪੇ ਸਭਨਾ ਜੀਆਂ ਜੀਆਂ ਕਾ ਦਾ ਹੈ ਜਾਣੇ। ਜਾਣੀ ਹੈ, ਉਹ ਜੀ ਨੂੰ ਦੇਖਦਾ ਹੈ, ਜਾਣਦਾ ਹੈ। ਜਿਹੜਾ ਬਿਨ ਬੋਲੇ ਜਾਣਦਾ, ਕੌਣ ਜਾਣਦਾ? ਅੰਦਰਲਾ ਹੀ ਜਾਣਦਾ ਆਪਣੇ। ਇਹ ਬੋਲੇ ਸਭ ਕੁਝ ਜਾਣਦਾ। ਅੰਦਰਲਾ ਹੀ, ਅੰਦਰੇ ਦੀ ਗੱਲ ਹੈ, ਅੰਦਰੇ ਬੈਠਾ। ਉਸੇ ਨਾਲ ਰਿਲੇਟਡ ਕਰਕੇ ਗੱਲ ਕਰਾਂਗੇ। ਜੇ ਇਨਫੋਰਮੇਸ਼ਨ ਲਈ ਦੇਖੋ ਕੈਮਰਾ ਲੱਗਾ ਹੈ ਤੇ ਗਾਹਾਂ ਟੀਵੀ ਦੇ ਉੱਤੇ ਉਹਦੀ ਬਾਹਰ ਜਾ ਰਹੀ ਹੈ ਫੋਟੋ, ਉਹਦੇ ਜਰੀਏ ਅਸੀਂ ਇੱਥੇ ਟੀਵੀ ਦੇਖਦੇ। ਜੇ ਉੱਥੋਂ ਕੋਈ ਭੇਜ ਰਿਹਾ ਹੈ, ਇਨਫੋਰਮੇਸ਼ਨ ਪਿੱਛੇ ਭੇਜ ਰਿਹਾ ਜੀ ਹਰ ਵਕਤ। ਜੋ ਇਹ ਕਰ ਰਿਹਾ ਜੀ ਇਨਫੋਰਮੇਸ਼ਨ ਹਮੇਸ਼ਾ ਅਸੀਂ ਕੈਮਰੇ ਲਾ ਦਿੰਦੇ ਹਾਂ ਵਿੱਚ। ਗਡਾਊਨਾਂ 'ਚ, ਦੁਕਾਨਾਂ 'ਚ ਕੈਮਰੇ ਲੋਕ ਲਾਉਂਦੇ ਨੇ। ਜੋ ਕਰਦੇ ਨੇ ਲੋਕ ਸਾਰੀ ਉੱਥੇ ਟੀਵੀ ਤੇ ਆਈ ਜਾਂਦੀ ਹੈ। ਨਾ ਦੇ ਪਤਾ ਲੱਗੀ ਐ ਉਹਦਾ ਇਹ ਤਾਂ ਕੈਮਰਾ ਲਾਇਆ ਹੋਇਆ, ਜਿਹੜਾ ਚੇਤਾ ਉਹਦਾ ਕੈਮਰਾ ਹੈ। ਇਹਦੇ ਵੀਡੀਓ ਦੀ ਉਹਨੂੰ ਸਭ ਪਿੱਛੇ ਵੀ ਜੁੜਿਆ ਹੈ ਨਾ, ਉਹ ਇੱਧਰ ਵੀ ਜੁੜਿਆ ਹੈ। ਮੈਸਟਰ ਦੇ ਥਰੂ ਸਾਰਾ ਉੱਥੇ ਦੀ ਜਾਣਕਾਰੀ ਪਿੱਛੇ ਵੀ ਜਾਈ ਜਾਂਦੀ, ਉਹਦੇ ਲਈ ਜਾਣਕਾਰੀ ਇੱਧਰ ਆਈ ਜਾਂਦੀ। ਇਹਦੇ ਲਈ ਜਾਣਕਾਰੀ ਦੀ ਲੋੜ ਉੱਧਰ ਜ਼ਿਆਦਾ ਜਾਣਦੀ, ਉਹਦੀ ਜਾਣਕਾਰੀ ਤਾਂ ਕਦੇ ਕਦੇ ਆਉਂਦੀ ਹੈ। ਜ਼ਿਆਦਾ ਤਾਂ ਇਸੇ ਤੋਂ ਖਤਰਾ ਹੈ, ਇਹਦੀ ਜਾਣਕਾਰੀ ਦੀ ਲੋੜ ਹੈ ਵੀ ਇਹ ਕੀ ਕਰ ਰਿਹਾ ਹੈ।